ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਟਕ ਛੰਦ। ਬੁੱਧ ਕੋ ਫਲ ਸਾਰ ਵਿਚਾਰ ਗਹਿ, ਤਨ ਕੋ ਫਲ ਸਾਰ ਬ੍ਰਤਾਦ ਗਹਿ। ਧਨ ਕੋ ਫਲ ਸਾਰ ਸੁਪਾਤਰ ਦਿਜੈ, ਫਲ ਸਾਰ ਗਿਰਾ ਸਭ ਪ੍ਰੀਤ ਕੀਜੈ। ਬੁੱਧ ਕੋ ਫਲ ਸਾਰ ਵਿਚਾਰ ਗਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਡਤ ਹਰਦਿਆਲ ਜੀ ਜੋ ਗ੍ਰੰਥ ਕਰਤਾ ਹਨ, ਉਹਨਾਂ ਦਾ ਲਿਖਿਆ ਹੋਇਆ ਸਾਗਤਾਵਲੀ ਗ੍ਰੰਥ ਆਪਾਂ ਪੜ੍ਹ ਵਿਚਾਰ ਰਹੇ ਹਾਂ। 7ਵੇਂ ਅਧਿਆਏ ਦੀ ਵਿਚਾਰ ਚੱਲ ਰਹੀ ਸੀ। ਆਪਾਂ ਜਿਹੜੇ ਆ ਉਹ ਛੰਦ 6-7 ਦੇ ਕਰੀਬ ਕਰ ਚੁੱਕੇ ਹਾਂ। 7ਵੇਂ ਅਧਿਆਏ ਦੇ ਸਵਈਆ ਪੜ੍ਹਿਆ ਸੀ ਵੀ ਇਹ ਮਨੁੱਖ ਸਾਰੇ ਭਰਮ ਗਲੇ ਸ਼ਿਕਵੇ ਛੱਡ ਕੇ ਹਿਰਦੇ ਵਿੱਚ ਸੰਤਾਂ ਦੇ ਬਚਨ ਬਾਣੀ ਧਾਰ, ਕਿਉਂਕਿ ਉਹ ਸਮਾਂ ਹੋਣੀ ਆ। ਭਾਵ ਮਨੁੱਖਾ ਜਨਮ ਵਿੱਚ ਹੀ ਤੂੰ ਸੰਤਾਂ ਦੇ ਬਚਨ ਵੀ ਕਮਾ ਸਕਦਾ ਹੈ ਅਤੇ ਮੁਕਤ ਹੋ ਸਕਦਾ। ਕੁੱਤਾ ਵਿਲਾ ਬਣ ਕੇ ਜਿਹੜਾ ਹੈ ਤੂੰ ਕੁਝ ਨਹੀਂ ਕਰ ਸਕੇਗਾ ਅਤੇ ਨਾ ਤਾਂ ਸਾਧੂ ਕਿਸੇ ਦਾ ਬਚਨ ਹੀ ਕਮਾ ਸਕੇਗਾ। ਕੁੱਤਾ ਬਿੱਲਾ ਬਣਿਆ ਸਮਝ ਨਹੀਂ ਪੈਂਦੀ ਹੈ। ਮਨੁੱਖ ਜਨਮ ਬਣ ਕੇ ਇਸ ਬਚਨਾਂ ਦੀ ਸਮਝ ਪੈਂਦੀ, ਕਿਉਂਕਿ ਤੂੰ ਵੀ ਮਨੁੱਖ ਹੈ। ਅਤੇ ਇਸ ਕਰਕੇ ਸੰਤਾਂ ਦੇ ਬਚਨ ਕਮਾ, ਜਿਹੜੇ ਸਵਾਸ ਸਿਮਰਨ ਕਰਦੇ ਹੈ, ਜਿਹੜੇ ਅੱਠੇ ਪੈਰ ਨਾਮ ਦੀ ਕਮਾਈ ਕਰਦੇ ਹੈ, ਉਹ ਸੰਤਾਂ ਦੇ ਤੂੰ ਬਚਨ ਕਮਾਉਣਾ ਕਰ। ਇਹ ਵਿਚਾਰ ਆਪਾਂ ਬੜੀ ਵਿਚਾਰੀ ਸੀ। ਅੱਜ ਤੋਟਕ ਛੰਦ ਦੀ ਵਿਚਾਰ ਕਰਾਂਗੇ। ਬੁੱਧ ਕੋ ਫਲ ਸਾਰ ਵਿਚਾਰ ਗਹਿ। ਜਿੱਥੇ ਗਹਿ ਪਾਠ ਹੈ, ਇੱਥੇ ਕਈ ਰਹੇ ਪਾਠ ਕਰ ਦਿੰਦੇ, ਕਿਉਂਕਿ ਥੱਲੇ ਵੀ ਦੂਸਰੀ ਤੁਕ 'ਚ ਵੀ ਬਰਤਾਦ ਗਹਿ ਵੀ ਆਉਂਦਾ, ਪਰ ਮੁੱਖ ਪਾਠ ਹੈ ਗਹਿ ਪਾਠ ਹੀ ਹੈ। ਗਹਿ ਦੇ ਨਾਲ ਹੀ ਅਰਥ ਕਰਨਾ ਕਿ ਬੁੱਧੀ ਦਾ ਕਹਿੰਦੇ ਆ ਪੰਡਤ ਹਰਦਿਆਲ ਜੀ ਵੀ ਫਲ ਜਿਹੜਾ ਸ੍ਰੇਸ਼ਟ ਉਹ ਕੀ ਹੈ, ਕਹਿੰਦੇ ਉਹ ਇਹ ਫਲ ਹੈ ਸ੍ਰੇਸ਼ਟ ਵਿਚਾਰ ਗਹਿ। ਜਿਹੜੀ ਚੰਗੀ ਵਿਚਾਰ ਹੈ ਨਾ, ਚੰਗੇ ਵਿਚਾਰ ਆ, ਸ਼ੁਭ ਵਿਚਾਰ ਆ, ਚੰਗੀ ਸੋਚ ਆ, ਉਹਨੂੰ ਚੰਗੀ ਸੋਚ ਵਿਚਾਰ ਨੂੰ ਗਹਿ ਕਹੀਏ, ਗ੍ਰਹਿਣ ਕਰੇ, ਪਕੜੇ। ਠੀਕ ਹੈ ਜੀ। ਉਹਨਾਂ ਨੂੰ ਬਚਨਾਂ ਨੂੰ ਗ੍ਰਹਿਣ ਕਰੇ ਜਿਹੜੇ ਚੰਗੇ ਆ, ਸ੍ਰੇਸ਼ਟ ਆ। ਅਤੇ ਜੇ ਪਾਠ 'ਤੇ ਰਹੇ ਹੋਵੇ ਫਿਰ ਅਰਥ ਇੱਦਾਂ ਹੋ ਜਾਣਾ ਵੀ ਬੁੱਧ ਕੋ ਫਲ ਸਾਰ। ਬੁੱਧੀ ਦਾ ਸਾਰ ਕੇ ਸ੍ਰੇਸ਼ਟ ਫਲ ਇਹ ਹੈ ਕਿ ਉਹ ਜਿਹੜੀ ਚੰਗੀ ਸੋਚ ਵਿਚਾਰ ਆ, ਉਹ ਚੰਗੀ ਸੋਚ ਵਿਚਾਰ ਕੀ ਹੈ, ਝੂਠ ਸੱਚ ਦੀ ਵਿਚਾਰ ਜਾਣੇ, ਉਸ ਨੂੰ ਗਹਿ ਕਹੀਏ, ਗ੍ਰਹਿਣ ਕਰੇ। ਜੇ ਰਹੇ ਪਾਠ ਹੈ ਅਤੇ ਉਸ ਵਿਚਾਰ ਨੂੰ ਜਿਹੜਾ ਕਰਦਾ ਰਹੇ। ਹਾਂਜੀ, ਸੱਤ ਦੀ ਵਿਚਾਰ ਨੂੰ ਕਰਦਾ ਰਹੇ। ਰਹੇ ਪਾਠ ਫਿਰ ਰਹੇ ਅਰਥ ਲਾ ਦੇਣਾ। ਜੇ ਗਏ ਪਾਠ ਮੁੱਖ ਪਾਠ ਹੈ, ਉਹੀ ਸਮਝਣਾ ਮੁੱਖ ਪਾਠ, ਤਾਂ ਉਹਦਾ ਅਰਥ ਗ੍ਰਹਿਣ ਕਰੇ। ਭਾਵ ਸੱਤ ਦੀ ਵਿਚਾਰ ਨੂੰ ਜਿਹੜਾ ਉਹਨੂੰ ਗ੍ਰਹਿਣ ਕਰੇ। ਸੱਤ ਕੀ ਆ, ਅਸੱਤ ਕੀ ਆ, ਝੂਠ ਕੀ ਆ, ਸੱਚ ਕੀ ਆ, ਸਾਰ ਕੀ ਆ, ਅਸਾਰ ਕੀ ਆ, ਸ੍ਰੇਸ਼ਟ ਕੀ ਆ, ਅਸ੍ਰੇਸ਼ਟ ਕੀ ਆ। ਇਹ ਜਿਹੜੀ ਚੰਗੀ ਸੋਚ ਵਿਚਾਰ ਇਹਨੂੰ ਗ੍ਰਹਿਣ ਕਰੇ। ਬੁੱਧੀ ਦਾ ਇਹੀ ਸ੍ਰੇਸ਼ਟ ਫਲ ਹੈ। ਨਹੀਂ ਤਾਂ ਬੁੱਧੀ ਕਿਸੇ ਕੰਮ ਦੀ ਨਹੀਂ ਹੈ। ਜੇ ਚੰਗੀ ਸੋਚ ਵਿਚਾਰ ਗ੍ਰਹਿਣ ਨਹੀਂ ਕਰ ਸਕਦੀ, ਕੂੜ ਨੂੰ ਗ੍ਰਹਿਣ ਕਰਦੀ ਹੈ। ਤਨ ਕੋ ਫਲ ਸਾਰ ਬ੍ਰਤਾਦ ਗਹਿ। ਫਿਰ ਤਨ ਕਹੀਏ ਸਰੀਰ, ਕੋ ਦਾ ਅਰਥ ਦਾ ਲਾਉਣਾ। ਇੱਥੇ ਜਿੰਨੇ ਕੋ ਸ਼ਬਦ ਆਏ ਨਾ ਇਸ ਵਿੱਚ, ਤਿੰਨੇ ਤੁਕਾਂ ਵਿੱਚ, ਉਹਦਾ ਦਾ ਹੀ ਅਰਥ ਲੱਗੂ। ਤਨ ਸਰੀਰ ਦਾ ਜਿਹੜਾ ਸ੍ਰੇਸ਼ਟ ਫਲ ਇਹ ਹੈ ਕਿ ਬ੍ਰਤਾਦ, ਬ੍ਰਤ ਤੋਂ ਲੈ ਕੇ ਨਿਯਮ ਸੰਜਮ ਆਦਿ ਜਿਹੜੇ ਹਨ ਉਹਨਾਂ ਨੂੰ ਗਹਿ ਕਹੀਏ,
ग्रहण करे, भाव निजम विच रहना। शरीर का यही श्रेष्ठ फल आ, ਉਹਦੇ ਵਿੱਚ ਨਿਯਮ ਬੱਧ ਹੋ ਕੇ ਰਹੇ। ਇਹ ਨਾ ਹੋਵੇ ਸਰੀਰ ਦਾ ਕੋਈ ਨਿਯਮ ਹੀ ਨਾ ਹੋਵੇ, ਹਾਂਜੀ, ਕੋਈ ਸੰਜਮੀ ਨਾ ਹੋਵੇ, ਖਾਣ ਦਾ ਸੰਜਮ ਨਾ ਹੋਵੇ। ਇਸੇ ਤਰ੍ਹਾਂ ਵੇਖਣ ਦਾ ਅੱਖਾਂ ਨਾਲ ਸੰਜਮ ਕੋਈ ਨਾ ਹੋਵੇ, ਹੱਥਾਂ ਨਾਲ ਕੋਈ ਕਿਰਿਆ ਕਰਦਾ ਸੰਜਮ ਨਾ ਹੋਵੇ, ਪੈਰਾਂ ਨਾਲ ਕੋਈ ਸੰਜਮ ਨਾ ਹੋਵੇ। ਸੰਜਮ ਰੱਖਣਾ ਜ਼ਰੂਰੀ ਹੈ। ਸਰੀਰ ਪੱਖੋਂ ਇਹ ਵਰਤਿਆ ਜਿਹੜਾ ਇੰਦਰੀਆਂ ਨੂੰ ਕੰਟਰੋਲ ਰੱਖਣਾ ਨਾ, ਵਿਸ਼ਿਆਂ ਵੱਲੋਂ ਰੋਕ ਕੇ ਰੱਖਣਾ, ਇਹੀ ਸੰਜਮ ਹੈ, ਇਹੀ ਨਿਯਮ ਹੈ ਸਹੀ। ਸਰੀਰ ਦਾ ਫਲ ਸ੍ਰੇਸ਼ਠ ਫਲ ਇਹੀ ਆ। ਬ੍ਰਤ ਤੋਂ ਲੈ ਕੇ ਆਦਿ ਸੰਜਮ ਨਿਯਮ ਆਦਿ ਗਏ ਕਹੀਏ ਗ੍ਰਹਿਣ ਕਰੇ। ਨਿਯਮ ਅਸੂਲ ਜਿਹੜੇ ਆ ਨਾ, ਉਹ ਕਾਨੂੰਨ ਵਿੱਚ ਪੂਰਾ ਰਹੇ। ਭੁੱਖੇ ਮਰਨ ਦੀ ਕੋਈ ਲੋੜ ਨਹੀਂ ਹੈ ਕਹਿੰਦੇ, ਹਾਂਜੀ, ਭੁੱਖੇ ਮਰਨ ਦੀ ਕੋਈ ਲੋੜ ਨਹੀਂ ਆ। ਥੋੜ੍ਹਾ ਖਾਵੇ ਥੋੜ੍ਹਾ ਸੋਵੇ, ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਸ਼ਮਾ ਧਨ ਪ੍ਰੀਤ, ਸੀਲ ਸੌਚ ਤ੍ਰਿਸ਼ਨਾ ਬਿਨਾ, ਹਾਂਜੀ, ਵੀ ਇਹ ਤੋਂ ਬਿਨਾਂ ਨਾ ਹੋਵੇ ਅਤੇ ਥੋੜ੍ਹਾ ਖਾਵੇ ਥੋੜ੍ਹਾ ਸੋਵੇ, ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਵਾਲਾ ਸੁਭਾਅ ਹੋਵੇ। ਇਹ ਸਰੀਰ ਦਾ ਜਿਹੜਾ ਸ੍ਰੇਸ਼ਠ ਇਹੀ ਫਲ ਆ ਕਿ ਬ੍ਰਤ ਤੋਂ ਲੈ ਕੇ ਆਦਿ ਗ੍ਰਹਿਣ ਕਰੇ, ਭਾਵ ਨਿਯਮ ਸੰਜਮ ਵਿੱਚ ਰਹੇ, ਅਸੂਲ ਵਿੱਚ ਪੂਰਾ ਰਹੇ, ਉਹਨੂੰ ਗਏ ਕਹੀਏ ਗ੍ਰਹਿਣ ਕਰੇ। ਧਨ ਕੋ ਫਲ ਸਾਰ, ਧਨ ਕਹੀਏ ਪੈਸੇ ਦਾ ਜਿਹੜਾ ਸਾਰ ਸ੍ਰੇਸ਼ਠ ਫਲ ਇਹ ਹੈ। ਸੋ ਪਾਤਰ ਦੀਜੈ, ਜਿਹੜਾ ਸ੍ਰੇਸ਼ਠ ਪਾਤਰ ਆ, ਅਧਿਕਾਰੀ, ਲੋੜਵੰਦ, ਗਰੀਬ ਗੁਰਬਾ, ਜਿਹਨੂੰ ਜ਼ਰੂਰਤ ਆ, ਚੰਗੇ ਲੋੜਵੰਦ ਨੂੰ ਦੀਜੇ ਕਹੀਏ ਦਿੱਤਾ ਜਾਏ ਨਾ, ਕਿ ਉਹਨੂੰ ਦਈਏ। ਧਨ ਦਾ ਇਹੀ ਸ੍ਰੇਸ਼ਠ ਫਲ ਆ ਵੀ ਜੇ ਇਸ ਪਾਤਰ ਅਧਿਕਾਰੀ ਨੂੰ, ਜਿਹੜਾ ਲੋੜਵੰਦ ਗਰੀਬ ਗੁਰਬੇ ਨੂੰ ਦੇਜੇ ਕਹੀਏ, ਦੇਣਾ ਕਰੀਏ, ਫਿਰ ਤਾਂ ਹੈਗਾ ਧਨ ਦਾ ਸ੍ਰੇਸ਼ਠ ਫਲ। ਜੇ ਰੂੜੀਏ ਨੂੰ ਤੇਲ ਚੜ੍ਹਾਵਾਂਗੇ ਤਾਂ ਫਿਰ ਕੋਈ ਨਹੀਂ ਫਾਇਦਾ, ਉਹਦਾ ਕੋਈ ਹੈ ਨਹੀਂ ਹੈ, ਕੋਈ ਇੱਦਾਂ ਫਲ ਫੁੱਲ ਹੈ ਨਹੀਂ ਕੋਈ ਉਹਦਾ। ਦੂਜੇ ਕਹੀਏ ਦੇਣਾ ਕਰੇ। ਸੋ ਪਾਤਰ ਕਹੀਏ ਸ੍ਰੇਸ਼ਠ ਅਧਿਕਾਰੀ ਨੂੰ, ਸ੍ਰੇਸ਼ਠ ਪਾਤਰ ਭਾਂਡੇ ਨੂੰ, ਸ੍ਰੇਸ਼ਠ ਭਾਂਡੇ ਵਿੱਚ ਹੀ ਧਨ ਦਾ ਜਿਹੜਾ ਦੇਣਾ ਕਰੇ, ਜਿਹੜਾ ਲੋੜਵੰਦ ਹੈ। ਫਲ ਸਾਰ ਗਿਰਾ ਸਭ ਪ੍ਰੀਤ ਕੀਜੈ, ਇਸੇ ਤਰ੍ਹਾਂ ਟਿਕਾ ਕੇ ਗੱਲ ਤੇ ਇੱਥੇ ਲਿਆਉਣੀ ਚਾਹੁੰਦੇ ਆ ਵੀ ਸੰਤਾਂ ਦੀ ਬਾਣੀ ਹਿਰਦੇ 'ਚ ਧਾਰ, ਅਤੇ ਤੇਰੀ ਵੀ ਬਾਣੀ ਕਹਿੰਦੇ ਸ੍ਰੇਸ਼ਠ ਹੋ ਜੂਗੀ। ਅਤੇ ਕਿਉਂਕਿ ਗਿਰਾ ਬਾਣੀ ਦਾ ਸਾਰ ਕੀ ਸ੍ਰੇਸ਼ਠ ਫਲ ਇਹ ਆ ਕਿ ਸਭ ਪ੍ਰੀਤ ਕੀਜੈ, ਸਾਰਿਆਂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਨਾ, ਸਭ ਦੇ ਨਾਲ ਪ੍ਰੀਤੀ ਕਹੀਏ, ਪ੍ਰੀਤੀ ਪ੍ਰੇਮ ਕੀਜੇ ਕਹੀਏ, ਕਰਨਾ ਕਰੀਏ, ਕੀਜੇ ਕਰੀਏ ਵੀ ਅਤੇ ਕਰਨਾ ਕਰੇ, ਸਾਰਿਆਂ ਨਾਲ ਪ੍ਰੀਤ ਕਰੀਏ। ਬਾਣੀ ਦਾ ਹੀ ਸ੍ਰੇਸ਼ਠ ਫਲ ਹੈ। ਨਹੀਂ ਤਾਂ ਬਹੁਤਾ ਸੁਭਾਅ ਇਹੀ ਹੁੰਦਾ ਨਾ ਸਾਡਾ ਲੋਕਾਂ ਦਾ ਵੀ ਆਪਣੇ ਨਾਲ ਤਾਂ ਕਰਦੇ, ਪ੍ਰੀਤੀ ਪ੍ਰੈ ਨਾਲ ਨਹੀਂ ਕਰਦੇ। ਇੱਥੇ ਸਭ ਆਇਆ ਸ਼ਬਦ ਹੈ, ਇਸੇ ਕਰਕੇ ਸਾਰਿਆਂ ਦੇ ਨਾਲ ਹੀ ਕਰੇ ਪ੍ਰੀਤੀ, ਆਪਣਾ ਪਰਾਇਆ ਨਾ ਜਾਣੇ। ਵੇਖੋ ਦੋਸ਼ੀ ਨੂੰ ਦੋਸ਼ੀ ਕਹਿਣਾ ਚਾਹੀਦਾ, ਨੇਕੀ ਵਾਲੇ ਨੂੰ ਨੇਕ ਹੀ ਕਹਿਣਾ ਚਾਹੀਦਾ। ਪਰ ਲੋਕਾਂ ਦਾ ਸੁਭਾਅ ਬਣਿਆ ਆਪਣਾ ਗੰਦਾ ਬੰਦਾ ਵੀ ਚੰਗਾ, ਬੇਗਾਨਾ ਚੰਗਾ ਵੀ ਮਾੜਾ। ਇਹ ਕੋਈ ਕਰਤੂਤ ਨਹੀਂ ਹੁੰਦੀ। ਜਿਵੇਂ ਅੱਜ ਕੱਲ੍ਹ ਵੇਖਿਆ ਜਾਂਦਾ ਨਾ, ਨਵੀਂ ਪਨੀਰੀ ਜਿਹੜੀ ਵਿਆਹੀ ਜਾਂਦੀ ਹੈ ਨਾ, ਉਹ ਜਿਹੜੀਆਂ ਮਾਈਆਂ ਬੀਬੀਆਂ ਹੁੰਦੀਆਂ ਦੂਸਰੇ ਘਰ 'ਚ ਜਾਂਦੀਆਂ, ਉਹ ਇੱਦਾਂ ਦਾ ਸੁਭਾਅ ਹੁੰਦਾ। ਉਹਨਾਂ ਦੀ ਜਿਹੜੀ ਬਾਣੀ ਇਹਦਾ ਕੋਈ ਸ੍ਰੇਸ਼ਠ ਫਲ ਨਹੀਂ ਹੁੰਦਾ। ਸਾਰਿਆਂ ਨਾਲ ਪ੍ਰੀਤੀ ਕੋਈ ਨਹੀਂ ਹੁੰਦੀ, ਪਿੱਛੇ ਹੀ ਧਿਆਨ ਹੁੰਦਾ, ਭਾਵ ਆਪਣੇ ਮਾਂ ਪਿਓ ਨੂੰ ਮਾਂ ਪਿਓ ਸਮਝਣਾ, ਦੂਜੇ ਜਿਹੜੇ ਘਰ ਆਉਣਾ ਉੱਥੇ ਮਾਂ ਪਿਓ ਨਹੀਂ ਸਮਝਣਾ। ਅਸਲ ਵਿੱਚ ਦੇ ਘਰ ਉਹ ਪੱਕਾ ਹੁਣ ਮਰਦੇ ਦਮ ਤੱਕ ਇੱਥੇ ਸਰੀਰ ਉੱਠ ਕੇ ਜਾਣਾ ਹੁੰਦਾ, ਅਗਲੇ ਸਹੁਰੇ ਘਰ ਹੀ। ਪਰ ਨਾ, ਇਹ ਜੇ ਕੋਈ ਸੁਭਾਅ ਹੀ ਨਹੀਂ ਬਣਦਾ, ਉਹ ਪਿੱਛੇ ਹੀ ਪ੍ਰੀਤ ਲੱਗੀ ਰਹਿੰਦੀ। ਸਾਰਿਆਂ ਨਾਲ ਪ੍ਰੀਤ ਕੀਜੇ ਕਹੀਏ, ਕਰਨਾ ਕਰੇ, ਸਾਰਿਆਂ ਨਾਲ ਪ੍ਰੀਤ ਕਰੇ, ਇਹੀ ਬਾਣੀ ਦਾ ਸ੍ਰੇਸ਼ਠ ਫਲ ਆ। ਸਾਰਿਆਂ ਨੂੰ ਪ੍ਰੇਮ ਪਿਆਰ ਨਾਲ ਬੋਲੇ, ਹਾਂਜੀ,
ਸਾਰਿਆਂ ਦੇ ਨਾਲ ਮਿਹਰ ਵਰਤ ਕੇ ਰਹੇ। ਧਨ ਕੋ ਫਲ ਸਾਰ, ਇਹ ਸਾਰੇ ਆਪਾਂ ਅਰਥ ਕਰ ਚੁੱਕੇ। ਦੋਹਰਾ ਹੁਣ ਵੇਖੋ, ਜਿਹੜੇ ਮੂੰਹ 'ਚ ਬਾਣੀ ਨਿਕਲਦੀ ਆ ਉਸੇ ਮੂੰਹ ਨੂੰ, ਮੂੰਹ ਦੇ ਉਸ ਮੁਖੜੇ ਦੇ ਅਰਥ ਕਰਦਿਆਂ ਵੱਖੋ ਵੱਖਰੇ ਢੰਗ ਨਾਲ ਦੱਸਣ ਲੱਗੇ। ਜੋ ਆਨੰਦ ਹੈ ਸ਼ਾਸਤਰ ਬਿਨ, ਜੋ ਕਹੀਏ ਜਿਹੜਾ, ਆਨੰਦ ਕਹੀਏ ਮੁਖ, ਮੂੰਹ ਮੁਖੜਾ, ਸ਼ਾਸਤਰ ਸ਼ਾਸਤਰ ਪੜ੍ਹਨ ਤੋਂ ਬਿਨਾਂ, ਅਥਵਾ ਧਰਮ ਗ੍ਰੰਥ। ਅਤੇ ਇਸ ਤਰ੍ਹਾਂ ਉਹਨਾਂ ਗ੍ਰੰਥਾਂ ਤੋਂ ਬਿਨਾਂ ਹੀ ਆ, ਪਰ ਕੋਈ ਸ਼ਾਸਤਰ ਪੜ੍ਹਾਈ ਕੀਤੀ ਨਹੀਂ ਆ। ਬਿਨ ਤੰਬੂਲ ਜੋ ਆਸ, ਫਿਰ ਕਹਿੰਦੇ ਤੰਬੂਲ ਨਾਮ ਹੈ ਪਾਣ ਦਾ, ਫਿਰ ਤੇ ਮੁਖੜਾ ਜਿਹੜਾ ਵਾ, ਆਸ ਨਾਮ ਇੱਥੇ ਮੁੱਖ ਦਾ ਆ। ਵੇਖੋ ਕਿੱਡਾ, ਆਸ ਵੀ ਦਾ ਅਰਥ ਵੀ ਮੂੰਹ ਅਤੇ ਆਨੰਦ ਦਾ ਅਰਥ ਵੀ ਮੂੰਹ ਹੀ ਆ। ਕਹਿੰਦੇ ਆ ਫਿਰ ਜੋ ਆਸ ਕਹੀਏ ਮੁੱਖ, ਪਾਣ ਤੋਂ ਬਿਨਾਂ ਰਹਿਤ ਆ, ਕਦੀ ਬਾਣ ਪੂਣ ਨਹੀਂ ਖਾਧਾ, ਮੁੱਖ ਲਾਲ ਲੋਲ ਨਹੀਂ ਕੀਤਾ। ਸੋ ਬਾਣੀ ਬਿਨ ਬਦਨ ਜੋ, ਇਸੇ ਤਰ੍ਹਾਂ ਹੀ ਬਿਨ ਬਦਨ ਜੋ, ਜੋ ਬਦਨ ਕਹੀਏ ਮੁੱਖ। ਵੇਖੋ ਇਹਦਾ ਅਰਥ ਵੀ ਮੁੱਖ ਹੀ ਹੈ, ਮੂੰਹ ਹੀ ਹੈ। ਫਿਰ ਜੋ ਮੂੰਹ ਚੰਗੀ ਬਾਣੀ ਤੋਂ ਬਿਨਾਂ, ਚੰਗੀ ਬੋਲੀ ਤੋਂ ਬਿਨਾਂ, ਚੰਗੇ ਬਚਨਾਂ ਤੋਂ ਬਿਨਾਂ, ਕਦੀ ਮੂੰਹ ਨਹੀਂ ਚੰਗੇ ਬੋਲਦਾ ਨਹੀਂ ਚੰਗਾ। ਮੁੱਖ ਨਰ ਅੰਦਰ ਲਖ ਤਾਸ, ਕਹਿੰਦੇ ਤਾਸ ਕਹੀਏ ਉਸ ਮੁੱਖ, ਉਸ ਮੁੱਖ ਨੂੰ ਕਹਿੰਦੇ ਉਸ ਤਾਸ ਮੁੱਖ ਨਾ, ਤਾਸ ਕਹੀਏ ਉਸ ਮੁੱਖ ਨਾ ਕਹੀਏ ਨੂੰ, ਉਸ ਮੁੱਖ ਨੂੰ ਤੁਸੀਂ ਕਹਿੰਦੇ ਮੂੰਹ ਨਾ ਸਮਝੋ। ਤਾਸ ਕਹੀਏ ਉਸ ਮੁੱਖ ਨਾ ਕਹੀਏ ਨਹੀਂ, ਤਾਸ ਉਸ ਮੁੱਖ ਨੂੰ ਤੁਸੀਂ ਮੁੱਖ ਨਾ ਸਮਝੋ। ਰੰਦਰ ਲਖ, ਰੰਦਰ ਨਾਮ ਖੁੱਡ ਦਾ, ਸੁਰਾਖ ਦਾ, ਛੇਕ ਦਾ, ਸੱਪ ਦੀ ਖੁੱਡ ਸਮਝ ਲਓ, ਚੂਹੇ ਦੀ ਖੁੱਡ ਸਮਝ ਲਓ। ਕਹਿੰਦੇ ਉਹ ਮੂੰਹ ਕਾਹਦਾ ਹੈ? ਰੰਦਰ ਲਖ, ਉਹਨੂੰ ਤੇ ਤੁਸੀਂ ਖੁੱਡ ਹੀ ਜਾਣ ਲਓ। ਰੰਦਰ ਨਾਮ ਖੁੱਡ ਦਾ, ਉਹਨੂੰ ਸੱਪ ਦੀ ਖੁੱਡ ਜਾਣੋ, ਜਿਹੜੀ ਚੰਗੀ ਬਾਣੀ ਤੋਂ ਬਿਨਾਂ ਹੀ ਜਿਹੜਾ ਮੁੱਖ ਹੈ। ਕਿਉਂਕਿ ਜਦੋਂ ਖੁੱਡ ਵਿੱਚ ਸੱਪ ਹੁੰਦਾ ਤਾਂ ਬਸ ਉਹ ਡਸਦਾ ਹੀ ਆ, ਜ਼ਹਿਰ ਹੀ ਉਗਲਦਾ। ਇਸੇ ਤਰ੍ਹਾਂ ਕਹਿੰਦੇ ਉਹ ਮੁੱਖ ਜਿਹੜਾ ਮੁੱਖ ਨਹੀਂ ਆ, ਉਹ ਮੁੱਖ ਨਹੀਂ ਆ। ਮੁੱਖ ਨਾ ਇੱਦਾਂ ਵੀ ਅਰਥ ਲੱਗ ਜਾਂਦਾ, ਮੁੱਖ ਨੂੰ ਮੁੱਖ ਨਹੀਂ ਆ। ਰੰਦਰ ਲਾਖ ਤਾਸ, ਤਾਸ ਕਹੀਏ ਉਸ ਮੁੱਖ ਨੂੰ, ਰੰਦਰ ਖੁੱਡ ਸੱਪ ਦੀ ਲੱਖ ਕਹੀਏ ਜਾਣੋ। ਮੂੰਹ ਕਾਹਦਾ ਉਹ? ਜਿੱਥੋਂ ਕਦੀ ਚੰਗਾ ਵਚਨ ਨਹੀਂ ਨਿਕਲਿਆ, ਜਦੋਂ ਬੋਲਣਾ ਅੱਗ ਹੀ ਲਾ ਦੇਣੀ ਫੜ ਕੇ, ਉਹ ਮੂੰਹ ਨਹੀਂ। ਬਲਕਿ ਉਹ ਤੇ ਰੰਦਰ ਖੁੱਡ ਦੇ ਸਮਾਨ ਲੱਖ ਕਹੀਏ ਜਾਣਨਾ ਕਰੋ। ਭਾਵ ਜਿਵੇਂ ਧਰਤੀ ਸੱਪ ਦੀ ਖੁੱਡ 'ਚੋਂ ਭੈਦਾਇਕ ਲੱਗਦੀ ਹੈ ਨਾ, ਧਰਤੀ ਦੇ ਸੱਪ ਦੀ ਖੁੱਡ ਪਈ ਹੁੰਦੀ ਤਾਂ ਡਰ ਡਰਾਉਂਦੀ ਆ, ਅਤੇ ਮੈਂ ਸਰੀਰ ਵਿੱਚ ਉਹ ਮੁੱਖ ਭੈਦਾਇਕ ਹੀ, ਉਹ ਮੂੰਹ ਨਹੀਂ ਆ, ਸੱਪ ਦੀ ਖੁੱਡ ਆ ਮੂੰਹ। ਜਿਹੜੀ ਬਾਣੀ ਜਿਹਦੀ ਚੰਗੀ ਨਹੀਂ, ਪਿਆਰ ਦੇ ਬਚਨ, ਮਿੱਠੇ ਬਚਨ ਜੋ ਬੋਲਦੀ ਨਹੀਂ। ਸਵਈਆ ਜੋ ਨਰ ਹੈ ਸਮਰੱਥ ਤਿਸੈ ਪ੍ਰਥ, ਜੋ ਕਹੀਏ ਜਿਹੜਾ, ਨਰ ਕਹੀਏ ਮਨੁੱਖ, ਹਾਂਜੀ ਸਮਰੱਥ, ਸਮਰੱਥ ਕਹੀਏ ਸ਼ਕਤੀ ਬਲ ਵਾਲਾ ਹੈ। ਜੋ ਮਨੁੱਖ ਸਮਰੱਥ ਸ਼ਕਤੀ ਬਲ ਵਾਲਾ ਹੈ, ਭਾਵ ਸਭ ਗੱਲਾਂ ਕਰਕੇ ਯੋਗ ਲਾਇਕ ਹੈ। ਤਿਸੈ ਪ੍ਰਥ, ਤਿਸੈ ਕਹੀਏ ਉਸ ਦੇ, ਪ੍ਰਥ ਕਹੀਏ ਤਾਈ, ਕਾਮ ਨਹੀਂ ਕੋ ਯਾ ਜਗ ਮਾਹੀ, ਜਾਂ ਕਹੀਏ ਇਸ ਜਗ ਦੇ, ਮਾਹੀ ਕਹੀਏ ਵਿੱਚ। ਕੋਈ ਵੀ ਕੰਮ ਮੁਸ਼ਕਲ ਨਹੀਂ ਹੈ। ਕੋ ਦਾ ਅਰਥ ਕੋਈ, ਕੋਈ ਵੀ ਕੰਮ ਉਸ ਲਈ ਮੁਸ਼ਕਲ ਨਹੀਂ ਹੈ। ਭਾਵ ਜੋ ਚਾਹੇ ਕਰ ਸਕਦਾ, ਜੋ ਚਾਹੇ ਉਹੀ ਕਰ ਸਕਦਾ। ਜੋ ਨਰ ਸਮਰੱਥ ਤਿਸੈ, ਜੋ ਨਰ, ਜੋ ਪੁਰਸ਼ ਹੈ ਸਮਰੱਥ ਹੈ, ਸਭ ਗੱਲਾਂ ਕਰਕੇ ਯੋਗ ਹੈ, ਸ਼ਕਤੀ ਵਾਲਾ ਬਲ ਵਾਲਾ। ਤਿਸੈ ਪ੍ਰਥ,
ਤਿਸੈ ਤਾਈਂ, ਤਿਸ ਦੇ ਤਾਈਂ, ਉਸ ਦੇ ਤਾਈਂ ਇਸ ਸੰਸਾਰ ਦੇ ਵਿੱਚ ਕੋਈ ਵੀ ਕੰਮ ਕਠਿਨ ਔਖਾ ਨਹੀਂ, ਉਹ ਸਾਰੇ ਕਰ ਸਕਦਾ। ਪ੍ਰਤ ਦਾ ਅਰਥ ਮੁਕਾਬਲਾ ਵੀ ਹੁੰਦਾ। ਜੋ ਪੁਰਸ਼ ਹੈ ਨਾ ਸਮਰੱਥ ਸ਼ਕਤੀ ਵਾਲਾ, ਤਿਸ ਦੇ ਪ੍ਰਤ ਕਈ ਮੁਕਾਬਲੇ ਜਾਂ ਯਗ ਮਾਹੀ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਹੈ ਕਾਮ ਕਹੀਏ ਕੰਮ ਕਰਨ ਵਾਲਾ। ਪ੍ਰਤ ਦਾ ਅਰਥ ਤੁੱਲ ਵੀ ਹੁੰਦਾ, ਸਮਾਨ, ਤੁੱਲ ਸਮਾਨ, ਤਿਸ ਦੇ ਸਮਾਨ, ਤਿਸ ਦੇ ਤੁੱਲ, ਤਿਸ ਦੇ ਬਰਾਬਰ, ਤਿਸ ਦੇ ਮੁਕਾਬਲੇ। ਜਾਂ ਜਗ ਮਾਹੀ ਸੰਸਾਰ ਦੇ ਵਿੱਚ ਕੋਈ ਨਹੀਂ ਹੈ ਕੰਮ ਕਰਨ ਵਾਲਾ। ਹਾਂਜੀ, ਜਾਂ ਕੋਈ ਕਾਮ ਨੇ ਕੋਈ ਕਾਮਨਾ ਨਹੀਂ ਹੈ। ਜਾਂ ਜਗ ਇਸ ਸੰਸਾਰ ਵਿੱਚ ਜਿਹੜੀ ਕਿਸੇ ਪ੍ਰਤ ਗਈ ਤਿਸ ਦੇ ਤਾਈਂ ਪੂਰੀ ਨਾ ਹੋ ਸਕੇ, ਉਹ ਸਾਰੀਆਂ ਹੀ ਕਰ ਸਕਦਾ, ਕਿਉਂਕਿ ਉਹ ਸਮਰੱਥ ਸ਼ਕਤੀ ਵਾਲਾ, ਸਭਨਾ ਗੱਲਾਂ ਯੋਗ ਲਾਇਕ ਹੈ। ਮਾਨੁਖ ਉਦਮਵੰਤ ਹੈ ਜੋ ਹੈ, ਮਾਨੁਖ ਮਾਨੁਖ ਉਦਮਵੰਤ ਜੋ ਹੈ। ਫਿਰ ਕਹਿੰਦੇ ਜੋ ਮਨੁੱਖ ਹੈ ਉਦਮਵੰਤ, ਉਦਮ ਵਾਲਾ। ਹਾਂਜੀ, ਜੋ ਮਨੁੱਖ ਉਦਮਵੰਤ, ਉਦਮ ਵਾਲਾ, ਉਦਮੀ ਆ, ਹਿੰਮਤੀ ਆ, ਜਿਸ ਦਾ ਕੰਮ ਹੈ ਯਾਤਰਾ ਕਰਦੇ ਰਹਿਣਾ, ਸਦਾ ਟੂਰ ਤੇ ਰਹਿਣਾ, ਉਦਮ ਵਾਲਾ, ਹਿੰਮਤੀ, ਉਦਮੀ। ਕਹਿੰਦੇ ਆ ਵੀ ਜੋ ਮਨੁੱਖ ਉਦਮਵੰਤ, ਉਦਮ ਵਾਲਾ ਹੈ, ਹਮੇਸ਼ਾ ਉਦਮੀ ਹਿੰਮਤੀ ਰਹਿੰਦਾ, ਤਗੜਿਆ ਹੋ ਕੇ ਰਹਿੰਦਾ। ਤਿੰਨ ਕੋ ਕਛ ਦੂਰ ਹੈ ਜਗ ਨਾਹੀ, ਤਿੰਨ ਕੋ ਕਹੀਏ ਤਿਸ ਨੂੰ ਜਾਂ ਉਸ ਨੂੰ। ਇਸ ਜਗ ਸੰਸਾਰ ਦੇ ਵਿੱਚ ਕਛ ਕਹੀਏ ਕੁਝ ਵੀ ਦੂਰ ਨਹੀਂ ਇਹ ਕਹੀਏ ਹੈ, ਭਾਵ ਉਦਮ ਕਰਕੇ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚ ਜਾਵੇਗਾ ਉਦਮੀ ਪੁਰਸ਼। ਇਸ ਲਈ ਉਦਮੀ ਹੋਣਾ ਸਾਨੂੰ ਚਾਹੀਦਾ, ਕਿਉਂਕਿ ਜਿਹੜੇ ਉਦਮ ਕਰਦੇ ਆ, ਉਦਮ ਕਰੀ ਜ਼ਰੂਰ ਵੇ, ਉਦਮ ਕਰੀ ਜ਼ਰੂਰ, ਉਹ ਸਾਰੀਆਂ ਚੀਜ਼ਾਂ ਪਾ ਲੈਂਦੇ ਆ। ਜਿਵੇਂ ਉਦਮੀ ਵਪਾਰੀ ਵੇਖੋ ਵਾਸਤੇ ਪ੍ਰਦੇਸ਼ ਕੋਈ ਔਖਾ ਨਹੀਂ ਜਾਣਾ, ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਅਤੇ ਚੱਲ ਚੁਲ ਵੀ ਜਾਂਦਾ। ਸਾਡੇ ਲੋਕਾਂ ਵਾਸਤੇ ਕਿੰਨਾ ਔਖਾ ਹੋ ਜਾਂਦਾ। ਸੋ ਉਦਮੀ ਹੋਣਾ ਚਾਹੀਦਾ, ਇਹ ਇਹਨਾਂ ਦਾ ਕਹਿਣ ਦਾ ਅਰਥ ਆ। ਜੋ ਗੁਣ ਮਾਨ ਪਮਾਨ ਹੈ। ਫਿਰ ਕਹਿੰਦੇ ਆ ਇਹ ਪਾਠ ਇੱਥੇ ਲਾਵਾਂ ਦੇ ਨਾਲ ਹੀ ਆ, ਸ਼ੁੱਧ, ਠੀਕ ਹੈ ਜੀ। ਇਹ ਪਾਠ ਲਾਵਾਂ ਦੇ ਨਾਲ ਆ। ਫਿਰ ਜੋ ਗੁਣ ਮਾਨ ਪਮਾਨ ਹੈ, ਜੋ ਕਿ ਜਿਹੜਾ ਪਮਾਨ ਪੁਰਖ, ਗੁਣ ਮਾਨ ਕਹੀਏ ਗੁਣਾਂ ਦੇ ਮੰਨਣ ਵਾਲਾ ਅਤੇ ਗੁਣਾਂ ਦੇ ਸਹਿਤ, ਭਾਵ ਗੁਣਮਾਨ ਕਹੀਏ ਗੁਣਮਾਨ, ਭਾਵ ਵਿਦਵਾਨ ਹੈ। ਪਰਦੇਸ ਤਿਸੈ ਕਛ ਨਾ ਦਰਸਾਈ, ਉਸ ਨੂੰ ਪਰਦੇਸ ਕਹੀਏ ਜਿਹੜਾ ਪਰਾਇਆ ਦੇਸ਼, ਬੇਗਾਨਾ ਦੇਸ਼ ਆ। ਕਛ ਕੁਝ ਵੀ, ਜਿਹੜਾ ਓਪਰਾ ਪਰਾਇਆ ਨਾ ਨਹੀਂ ਕਹੀਏ, ਓਪਰਾ ਪਰਾਇਆ ਨਹੀਂ, ਦਰਸਾਈ ਕਹੀਏ ਦਿਸਦਾ। ਆਹ ਗੁਣਵਾਨਾਂ ਦੀ ਸਭ ਜਗ੍ਹਾ ਹੀ ਕਦਰ ਹੁੰਦੀ ਅਤੇ ਸਭ ਗੁਣਵਾਨਾਂ ਨੂੰ ਆਪਣਾ ਹੀ ਮੰਨਦੇ ਆ। ਸਾਰੇ ਲੋਕ ਵੀ ਗੁਣਵਾਨਾਂ ਨੂੰ ਆਪਣਾ ਹੀ ਮੰਨਦੇ, ਉਹਦੀ ਪੂਜਾ ਹੁੰਦੀ। ਜਿੱਥੇ ਵੀ ਚੱਲ ਜਾਣਾ, ਲੋਕ ਜਾਣਦੇ ਨਹੀਂ ਹੁੰਦੇ ਤਾਂ ਵੀ ਸਤਿਕਾਰ ਮਾਣ ਕਰਦੇ ਆ। ਜਿੱਥੇ ਮਾਣ ਸਤਿਕਾਰ ਉੱਥੇ ਫਿਰ ਦਿਲ 'ਤੇ ਆਪੇ ਲੱਗ ਜਾਣਾ, ਫਿਰ ਉੱਥੇ ਓਪਰਾ ਪਰਾਇਆ ਕੀ। ਜੋ ਗੁਣਵਾਨ ਵਿਦਵਾਨ ਗੁਣਵਾਨ ਪੁਰਸ਼ ਹੈ ਨਾ, ਇਹਦਾ ਅਰਥ ਹੈ ਕਹਿੰਦੇ ਵੀ ਪਰਦੇਸ ਤਿਸੈ ਕਛ ਨਾ ਦਰਸਾਹੀ, ਤਿਸੈ ਕਹੀਏ ਉਸ ਨੂੰ। ਹਾਂਜੀ, ਪਰਾਇਆ ਜਿਹੜਾ ਦੇਸ਼, ਬੇਗਾਨਾ ਦੇਸ਼ ਆ, ਉਹ ਕੁਛ ਥੋੜ੍ਹਾ ਮਾਤਰ ਵੀ ਜਿਹੜਾ ਵਾ ਉਹ ਪਰਾਇਆ ਪਰੋਇਆ ਓਪਰਾ ਨਾ ਦਰਸਾਈ ਨਹੀਂ ਦਿਸਦਾ, ਕਿਉਂਕਿ ਉਹਦੀ ਕਦਰ ਹੁੰਦੀ ਹੈ। ਕਦਰ ਹਮੇਸ਼ਾ ਆਪਣੇ ਕਰਦੇ, ਇਸ ਕਰਕੇ ਅਨੁਸਾਰੇ ਆਪਣੇ ਜਿਹੜੇ ਆ ਉਹ ਪ੍ਰਤੀਤ ਹੁੰਦੇ। ਉਹ ਦੇਸ਼ ਵਿਦੇਸ਼ ਵਿੱਚ ਵੀ ਇਹਨੂੰ ਕੋਈ ਔਖਿਆਈ ਨਹੀਂ ਹੁੰਦੀ, ਉਸ ਨੂੰ ਵਿਦੇਸ਼ ਵਿੱਚ ਵੀ ਕੁਝ ਵੱਖਰਾ ਨਹੀਂ ਦਿਸਦਾ। ਆਪਣੇ ਇਲਾਕੇ ਵਾਂਗ ਹੀ, ਜਿਵੇਂ ਤਾਂ ਆਪਣੇ ਇਲਾਕੇ 'ਚ ਸਨਮਾਨ ਹੁੰਦਾ, ਉਸੇ ਤਰ੍ਹਾਂ ਇੱਥੇ ਹੁੰਦਾ ਵਿਦੇਸ਼ ਵਿੱਚ ਵੀ।
ਜੋ ਮਧੁਰੋ ਸੁਭ ਵਾਕ ਬਣੇ। ਫਿਰ ਕਹਿੰਦੇ ਆ ਜੋ ਮਧੁਰੋ, ਜਿਹੜਾ ਮਨੁੱਖ ਮਧੁਰੋ ਕਹੀਏ ਮਿੱਠੇ ਤੇ ਸੁਭ ਵਾਕ ਚੰਗੇ ਵਾਕ ਬਚਨ ਭਨੇ ਕਹੀਏ, ਭੰਨਦਾ ਹੈ ਉਚਾਰਨ ਕਰਦਾ ਕਹਿੰਦਾ ਹੈ। ਸਭ ਮੀਤ ਤਿਸੇ ਕਹੀਏ, ਉਸ ਨੂੰ ਸਾਰੇ ਜਿਹੜੇ ਮੀਤ ਕਹੀਏ ਮਿੱਤਰ ਹੀ ਲੱਗਦੇ। ਅਤੇ ਜਨ ਕੋ ਨਾ ਦਿਖਾਹੀ, ਅਤੇ ਕੋਈ ਵੀ ਜਨ ਮਨੁੱਖ ਉਸ ਨੂੰ ਦੁਖਾਹੀ ਕਹੀਏ ਦੁੱਖ ਨਹੀਂ ਦਿੰਦਾ। ਸਾਰੇ ਜਨ ਉਸ ਨੂੰ ਸੁੱਖ ਦੇਣ ਵਾਲੇ ਹੋ ਜਾਂਦੇ ਹੈ। ਠੀਕ ਹੈ ਜੀ, ਬਹੁਤ ਡੂੰਘਾ ਬਚਨ ਕਹਿ ਰਹੇ ਹੈ। ਜੋ ਮਧੁਰੋ, ਕਈ ਮਧੁਰੇ ਪਾਠ ਲਿਖ ਦਿੰਦੇ, ਮਧੁਰੇ ਪਾਠ ਨਹੀਂ ਹੈਗਾ, ਮਧੁਰੋ ਪਾਠ ਹੈ ਇੱਥੇ। ਜੋ ਮਧੁਰੋ ਕਹੀਏ ਮਿੱਠਾ, ਮਿੱਠੇ, ਮਧੁਰੇ ਹੋਏ ਤਾਂ ਵੀ ਮਿੱਠੇ, ਤੇ ਮਧੁਰੋ ਕਹੀਏ ਮਿੱਠਾ। ਜੋ ਮਧੁਰੋ ਸੁਭ ਵਾਕ ਬਣੇ, ਜੋ ਮਨੁੱਖ ਮਿੱਠੇ ਮਿੱਠੇ ਜਿਹੜੇ ਸੁਭ ਚੰਗੇ ਚੰਗੇ ਵਾਕ ਬਚਨ ਭਨੇ ਕਹੀਏ ਬੋਲਦਾ ਹੈ। ਹਾਂਜੀ, ਕਹਿੰਦਾ ਹੈ, ਆਖਦਾ ਹੈ। ਸਭ ਮੀਤ ਤਿਸੈ, ਸਾਰੇ ਮੀਤ ਹੀ ਤਿਸੇ ਕਹੀਏ ਉਸਦੇ ਸਾਰੇ ਮਿੱਤਰ ਹੀ ਹੈ, ਤੇ ਉਸ ਨੂੰ ਸਾਰੇ ਮਿੱਤਰ ਹੀ ਦਿਖਦੇ, ਤੇ ਉਹ ਵੀ ਸਾਰਿਆਂ ਨੂੰ ਮਿੱਤਰ ਹੀ ਦਿਸਦਾ। ਜਨ ਕੋ ਨਾ ਦਿਖਾਈ, ਤੇ ਇਸੇ ਕਰਕੇ ਉਹਦੇ ਮਿੱਠੇ ਬਚਨਾਂ ਕਰਕੇ ਕੋਈ ਵੀ ਜਨ ਪੁਰਸ਼ ਕੋ ਕਹੀਏ, ਕੋਈ ਵੀ ਜਨ ਪੁਰਸ਼ ਉਸਨੂੰ ਨਾ ਦੁਖਾਈ ਕਹੀਏ ਦੁੱਖ ਨਹੀਂ ਦਿੰਦਾ। ਸਾਰੇ ਉਹਦਾ ਸਤਿਕਾਰ ਕਰਦੇ। ਬੋਲਣ ਲਈ ਅਰਥਾਤ ਇਹ ਆ ਵੀ ਬੋਲਣ ਲਈ ਕੋਈ ਕੰਮ ਭਾਰਾ, ਬਲਵਾਨ ਵਾਸਤੇ ਕੋਈ ਕੰਮ ਭਾਰਾ ਨਹੀਂ ਹੈ। ਦੋਹਰੇ ਦਾ ਮਤਲਬ ਇਹ ਆਇਆ ਹੈ ਨਾ, ਜੋ ਨਰ ਹੈ ਸਮਰੱਥ ਸਿਫਰਤ। ਬਲਵਾਨ ਲਈ ਕੋਈ ਕੰਮ ਭਾਰਾ ਨਹੀਂ, ਉਦਮੀ ਲਈ ਕੋਈ ਮੁਸ਼ਕਿਲ ਨਹੀਂ, ਵਿਦਵਾਨ ਵਾਸਤੇ ਕੋਈ ਵਿਦੇਸ਼ ਨਹੀਂ ਆ। ਸਭ ਨਾਲ ਪ੍ਰੇਮ ਕਰਨ ਵਾਲਾ ਜੋ ਮਿੱਠਾ ਬੋਲਾ ਹੈ, ਜੋ ਮਿੱਠ ਬੋਲਾ ਹੈ, ਉਹਦਾ ਕੋਈ ਦੁਸ਼ਮਣ ਨਹੀਂ। ਇਹ ਇੱਥੇ ਕਹਿਣ ਦਾ ਪ੍ਰਯੋਜਨ ਹੈ। ਦੋਹਰਾ ਪ੍ਰਿਯ ਬਚਨਨ ਕੇ ਬੋਲਤੇ। ਹੁਣ ਸਾਨੂੰ ਸਿੱਖਿਆ ਦੇਣ ਡਿਆ ਵੀ ਜੇ ਭਾਈ ਤੁਸੀਂ ਮਿੱਠੇ ਬਚਨ ਬੋਲੋ ਤਾਂ ਤੁਹਾਡਾ ਘਟਣ ਕੀ ਲੱਗਾ। ਪ੍ਰਿਯ ਬਚਨਨ ਕੇ ਬੋਲਤੇ, ਪ੍ਰਿਯ ਕੀ ਪਿਆਰੇ ਜਾਂ ਮਿੱਠੇ, ਮਿੱਠੇ ਜਿਹੜੇ ਬਚਨ ਹਨ। ਬਹੁ ਆ ਗਿਆ ਜਾਂ ਇਸ ਕਰਕੇ ਭਾਵ ਗੱਲ ਤੋਂ ਗੱਲਾਂ, ਪਿਆਰੇ ਪਿਆਰੇ ਮਿੱਠੇ ਮਿੱਠੇ ਬਚਨ ਬੋਲਣ ਦੇ ਕਰਕੇ। ਕੇ ਦਾ ਅਰਥ ਦੇ ਵੀ, ਤੇ ਕੇ ਦਾ ਅਰਥ ਕਰਕੇ ਵੀ ਹੋ ਜਾਂਦਾ। ਪਿਆਰੇ ਬਚਨਾਂ ਦੇ ਬੋਲਣ ਕਰਕੇ, ਜਾਂ ਬੋਲਦੇ ਕਹੀਏ ਬੋਲਣ ਦੇ ਨਾਲ, ਬੋਲਣ ਕਰਕੇ। ਹੋਤ ਪ੍ਰਮੋਦ ਤਿਰਭਾਵਨ, ਕਹਿੰਦੇ ਤਿਰਭਾਵਨ ਤਿੰਨ ਭਾਵਨ, ਤਿੰਨ ਲੋਕ ਕਿਹੜੇ, ਮਾਤ ਲੋਕ, ਪਤਾਲ ਲੋਕ, ਸਵਰਗ ਲੋਕ। ਇਹ ਤਿੰਨਾਂ ਲੋਕਾਂ ਵਿੱਚ ਹੀ ਕਹਿੰਦੇ ਪ੍ਰਮੋਦ ਕਹੀਏ ਆਨੰਦ ਹੁੰਦਾ। ਪਰ ਨਾਮ ਵਿਸ਼ੇਸ਼ ਦਾ, ਮੋਦ ਨਾਮ ਖੁਸ਼ੀ ਦਾ। ਵਿਸ਼ੇਸ਼ ਕਰਕੇ ਖੁਸ਼ੀ ਹੋਦ ਕਹੀਏ ਹੁੰਦੀ, ਜਾਂ ਪ੍ਰਮੋਦ ਕਹੀਏ ਆਨੰਦ ਹੁੰਦਾ, ਜਾਂ ਵਿਸ਼ੇਸ਼ ਕਰਕੇ ਖੁਸ਼ੀ ਹੁੰਦੀ ਹੈ। ਪਰ ਦਾ ਅਰਥ ਭਲੀ ਪ੍ਰਕਾਰ ਵੀ ਹੁੰਦਾ, ਭਲੀ ਪ੍ਰਕਾਰ ਹੀ ਖੁਸ਼ੀ ਹੁੰਦੀ ਤਿੰਨਾਂ ਭਾਵਨਾ ਵਿੱਚ ਹੀ। ਹਾਂਜੀ, ਜਾਂ ਵੀ ਹੋਦ ਪ੍ਰਮੋਦ ਤਿਰਭਾਵਨ, ਤਿੰਨੇ ਭਾਵਨ ਹੀ ਉਸ ਪੁਰਸ਼ ਦੇ ਇਸ ਕਮਾਈ ਨੂੰ ਵੇਖ ਕੇ ਜਿਹੜੇ ਆ ਵਿਸ਼ੇਸ਼ ਕਰਕੇ ਮੋਦ ਕਹੀਏ ਖੁਸ਼ ਹੋਦ ਕਹੀਏ ਹੁੰਦੇ। ਜਾਂ ਉਹ ਜਦੋਂ ਪੁਰਸ਼ ਤਿੰਨਾਂ ਲੋਕਾਂ 'ਚ ਵੀ ਜਾਂਦਾ, ਅਤੇ ਤਿੰਨਾਂ ਲੋਕਾਂ 'ਚ ਹੀ ਉਹਦੇ ਇਸ ਬੋਲੀ ਨੂੰ ਵੇਖ ਕੇ ਪ੍ਰਮੋਦ ਕਹੀਏ ਆਨੰਦ, ਖੁਸ਼ ਹੋਦ ਕਹੀਏ ਹੋ ਜਾਂਦੇ। ਠੀਕ ਹੈ ਜੀ। ਮਧੁਰ ਕਹਿ ਸਭ ਕੋ ਤ੍ਰਿਪਤਾਵੈ, ਫੀਕਾ ਬੋਲਣਾ ਕਿਸੀ ਦੁਖਾਵੈ। ਗੁਰ ਪ੍ਰਤਾਪ ਸੂਚ ਗ੍ਰੰਥ ਵਿੱਚ 5ਵੀਂ ਰੁੱਤ 'ਚ ਵੀ ਇਹ ਆਉਂਦੇ ਹੈ ਵੀ ਮਿੱਠਾ ਬਚਨ ਕਹੇ ਸਭ ਕੋ ਰਜਾ ਦੇਵੇ। ਹਾਂਜੀ, ਫੀਕਾ ਬੋਲਣਾ ਕਿਸੇ ਦੁਖਾਵੇ, ਫਿੱਕਾ ਬੋਲ ਕੇ ਕਿਸੇ ਦਾ ਮਨ ਨਾ ਦੁਖਾਵੇ, ਹਿਰਦਾ ਨਾ ਦਿਖਾਵੇ। ਉਹਦੀ ਸਦਾ ਹੀ ਚੜ੍ਹਦੀ ਕਲਾ ਤਾਂ ਤੇ ਪ੍ਰੇਮ ਬਾਣੀ ਬਣੇ। ਕਹਿੰਦੇ ਤਿੰਨੇ ਲੋਕ ਹੀ ਖੁਸ਼ ਹੋ ਜਾਂਦੇ ਆ, ਤਿੰਨਾਂ ਲੋਕਾਂ ਵਿੱਚ ਹੀ ਉਹ ਖੁਸ਼ ਹੋ ਜਾਂਦਾ ਆ, ਤਿੰਨੇ ਲੋਕ ਦਾ ਸਨਮਾਨ ਕਰਦੇ ਆ। ਤਾਂ ਤੇ ਕਹੀਏ ਇਸ ਲਈ, ਜਾਂ ਇਸ ਵਾਸਤੇ, ਜਾਂ ਇਸ ਕਰਕੇ। ਤਾਂ ਤੇ ਇਸ ਤੇ ਕਈ ਕਰਕੇ, ਇਸ ਕਰਕੇ, ਜਾਂ ਇਸ ਲਈ, ਜਾਂ ਇਸ ਵਾਸਤੇ।
प्रे बाणी भने। मनुख नूं चाहीदा कि प्रे की प्यारी प्यारी जिहड़ी बाणी है बोली है ਉਹੀ भने कहिए बोल कहे, ਉਹੀ आखे ਉਹੀ बोले प्यारी प्यारी बाणी। या मैं कृपणता कौन, दसो इस विच या मैं कहिए। या मैं दा अर्थ आ या मैं इस, मैं कही विच, इस विच दसो। कृपणता कहिए सूमता कंजूस बुना है, कंजूसी कौन कहिए कादी करनी। कौन का अर्थ क्यों, क्यों भी क्यों करनी जां कादी करनी। भी वेखो कादी सूमताई करनी आ प्यारे बचन बोलण विच। जिहड़ा आउंदा उहनूं सत्कार, आओ जी महाराज बैठो जी, भैन जी, भाई जी, वीर जी। हाँ जी, इस तरह ये आदरक वचन बोलण विच कोई मुੱਲ नहीं ना लगदा। सगों तिन्नां भावनां विच ਅਸਥਾਨਾਂ ਵਿੱਚ ਆਨੰਦ ਹੀ ਆਨੰਦ ਹੁੰਦਾ ਹੈ, ਸਤਿਕਾਰ ਹੁੰਦਾ ਤੇ ਪਿਆਰੇ ਬਚਨ ਬੋਲਣੇ ਚਾਹੀਦੇ। ਕਿਉਂਕਿ ਮਿੱਠ ਬੋਲੜਾ ਜੀ ਹੈ, ਮਿੱਠ ਬੋਲਣਾ ਹਰ ਸੱਜਣ ਸੁਆਮੀ ਮੋਰਾ, ਪਰਮੇਸ਼ਰ ਵੀ ਮਿੱਠੇ ਤੇਰੇ ਬੋਲ। ਹਾਂਜੀ, ਨੀਕੀ ਤੇਰੀ ਪਗੜੀ ਮਿੱਠੇ ਤੇਰੇ ਬੋਲ। ਮਿੱਠੇ ਮਿੱਠੇ ਪਰਮੇਸ਼ਰ ਦੇ ਬਚਨ ਆ। ਕੋਇਲ ਵੀ ਮਿੱਠੀ ਆਵਾਜ਼ ਕਰਕੇ ਹੀ ਸਤਿਕਾਰ ਪਾਉਂਦੀ ਹੈ। ਰੰਗ ਦੇ ਉਹਦਾ ਕਾਲਾ ਹੀ ਹੈ ਭਾਵੇਂ, ਪਰ ਇਹ ਬਚਨਨ ਕੇ ਬੋਲ ਤੇ। ਦੇਖੋ ਸਾਹਿਤ ਕੋਈ ਏਡਾ ਔਖੇ ਨਹੀਂ ਹੈ ਸ਼ਬਦਾਂ, ਫਿਰ ਵੀ ਵਾਰ ਵਾਰ ਬੋਲ ਕੇ ਦਸੀਦਾ ਤਾਂ ਜੋ ਸੁਣਨ ਪੜ੍ਹਨ ਵਾਲਿਆਂ ਕੋਈ ਪਰੇਸ਼ਾਨੀ ਨਾ ਆਵੇ, ਨਾ ਆਖਣ ਸਮਝ ਨਹੀਂ ਆਈ, ਛੇਤੀ ਲੰਘਾ ਦਿੰਦੇ। ਪ੍ਰੇ ਬਚਨ ਪਿਆਰੇ ਪਿਆਰੇ ਮਿੱਠੇ ਮਿੱਠੇ ਬਚਨ ਕੇ ਕਹੀਏ ਦੇ ਬੋਲਦੇ ਗਏ ਬੋਲਣ ਨਾਲ ਹੋਤ ਪ੍ਰਮੋਦਰ ਪਾਉਣ। ਤਿੰਨਾਂ ਲੋਕਾਂ ਵਿੱਚ ਹੀ ਪ੍ਰਮੋਦ ਕਹੀਏ, ਵਿਸ਼ੇਸ਼ ਕਰਕੇ ਖੁਸ਼ੀ ਹੋਤ ਕਹੀਏ ਹੁੰਦੀ। ਮਿੱਠੇ ਦੇ ਪਿਆਰੇ ਬਚਨ ਸੁਣ ਕੇ ਸਾਰੇ ਲੋਕ ਪ੍ਰਸੰਨ ਹੋ ਜਾਂਦੇ। ਤਾਂ ਤੇ ਪ੍ਰਿਆ ਬਾਣੀ ਭਨੇ ਇਸ ਕਰਕੇ ਤਿਸ ਕਰਕੇ ਇਸ ਵਾਸਤੇ ਪਿਆਰੀ ਜਿਹੜੀ ਪਿਆਰੀ ਪਿਆਰੀ ਮਿੱਠੀ ਮਿੱਠੀ ਬਾਣੀ ਆ ਉਹੀ ਭਨੇ ਕਹੀਏ ਉਚਾਰਨ ਕਰੇ ਕਹੇ। ਜਾਂ ਮੈਂ ਕਹੀਏ ਇਸ ਦੇ ਵਿੱਚ ਕਾਹਦੀ ਕੰਜੂਸੀ ਕਰਨੀ। ਕੌਣ ਕਹੀ ਕਾਹਦੀ ਕੰਜੂਸੀ ਕਰਨੀ। ਹਾਂ, ਪਿਆਰੇ ਪਿਆਰੇ ਬਚਨ ਬੋਲਣ ਨਾਲ ਕੋਈ ਪੈਸਾ ਨਹੀਂ ਲੱਗਦਾ, ਖਰਚ ਨਹੀਂ ਹੁੰਦਾ। ਇਸ ਲਈ ਮਿੱਠੇ ਅਤੇ ਪਿਆਰੇ ਬਚਨ ਬੋਲਣੇ ਚਾਹੀਦੇ ਤਾਂ ਜੋ ਅਗਲੇ ਦਾ ਮਨ ਤੁਸੀਂ ਮੋਹ ਲਓ। ਮਨੋਹਰ ਬਚਨ ਬੋਲੋ। ਚੌਪਈ ਸੱਤ ਬਚਨ ਅਰ ਪਿਆਰੋ ਜੋ ਹੁਣੇ ਦੋਹਰੇ ਵਿੱਚ ਇਹ ਗੱਲ ਦੱਸਣ ਲੱਗੇ। ਬੜਾ ਇਹਦੇ ਵਿੱਚ ਸਿਧਾਂਤ ਆ। ਕਹਿੰਦੇ ਵੀ ਭਾਵੇਂ ਕਿਹੜਾ ਬਚਨ ਬੋਲਣਾ ਚਾਹੀਦਾ ਕਿਹੜਾ ਨਹੀਂ, ਅਤੇ ਕਿੱਦਾਂ ਬੋਲਣਾ ਕਿੱਦਾਂ ਨਹੀਂ ਬੋਲਣਾ। ਹੁਣ ਇਹਦੇ ਵਿੱਚ ਇਹੀ ਜਿਹੜਾ ਦੱਸਣ ਸੱਤ ਬਚਨ ਅਰ ਪਿਆਰੋ ਜੀ ਜੋ ਹੀ ਕਹੀਏ ਜਿਹੜਾ ਬਚਨ ਸੱਤ ਸੱਚਾ ਹੈ। ਹਾਂਜੀ, ਜੋ ਹੀ ਜਿਹੜਾ ਸੱਚ ਬਚਨ ਆ ਸੱਚਾ ਬਚਨ ਆ ਸੱਚਾ ਵਾਕ ਆ। ਅਰ ਪਿਆਰੋ ਜੀ ਅਤੇ ਪਿਆਰੋ ਜਿਹੜਾ ਦਿਲ ਨੂੰ ਪਿਆਰਾ ਲੱਗਣ ਵਾਲਾ ਹੁੰਦਾ ਹੈ, ਜਾਂ ਵੀ ਜਿਹੜਾ ਪਿਆਰਾ ਬਚਨ ਹੈ ਅਤੇ ਸੱਚਾ ਬਚਨ ਆ। ਬੁੱਧਮਾਨ ਜਨ ਭਾਖੇ ਸੋਈ ਬੁੱਧਮਾਨ ਜਿਹੜਾ ਬੁੱਧੀਮਾਨ ਹੈ ਨਾ, ਬੁੱਧ ਵਾਲਾ ਪੁਰਸ਼ ਆ, ਚੰਗੀ ਅਗਨ ਵਾਲਾ ਜਨ ਪੁਰਸ਼ ਆ, ਮਨੁੱਖ ਆ। ਭਾਖੇ ਸੋਈ ਕਹਿੰਦੇ ਸੋਈ ਕਹੀਏ ਉਹੀ ਉਹ ਭਾਖੇ ਕਹੀਏ ਭਾਖ ਦਾ ਆਖ ਦਾ ਉਚਾਰਨ ਕਰਦਾ। ਸੱਚਾ ਬਚਨ ਅਤੇ ਪਿਆਰਾ ਬੁੱਧੀ ਵਾਲੇ ਤਾਂ ਉਹੀ ਜਾਂਦੇ ਆ, ਫਾਲਤੂ ਨਹੀਂ ਬੋਲਦੇ। ਪ੍ਰੇ ਨਾ ਹੋਇਆ ਪੁਨ ਭਾਗ ਸਤ ਹੈ ਕਹਿੰਦੇ ਪੁਨ ਕਹੀਏ ਪ੍ਰੇ ਨਾ ਹੋਏ ਪਿਆਰਾ ਨਾ ਹੋਵੇ ਬਚਨ। ਹਾਂਜੀ, ਪਿਆਰਾ ਨਾ ਹੋਵੇ ਉਹ ਫਿਰ ਵਾਕ ਸਤ ਹੈ ਬਚਨ, ਪਰ ਜਿਹੜਾ ਉਹ ਸੱਚਾਈ ਹੈ। ਬਚਨ ਸੱਚਾ ਆ ਅਤੇ ਪਿਆਰਾ ਨਹੀਂ ਆ ਪਰ ਹੈਗਾ ਉਹ। ਹਾਂਜੀ, ਕਹੇ ਨਾਹੀਂ ਸੋ ਸ਼ਬਦ ਮਤ ਹੈ। ਇਹੋ ਕਹਿੰਦੇ ਉਹ ਬਚਨ ਕਹੇ ਨਾਹੀਂ ਸੋ, ਉਹ ਸੋ ਦਾ ਅਰਥ ਉਹ ਬਚਨ ਨਾਹੀਂ ਕਹੀਏ ਨਹੀਂ ਕਹੇ ਕਹੀਏ ਕਹੇ ਨਾ ਹੀ ਉਹ ਬਚਨ ਕਹੇ, ਮਤਲਬ ਕਹਿਣੇ ਨਹੀਂ ਉਹ ਬਚਨ ਚਾਹੀਦੇ। ਜਿਹੜਾ ਪਿਆਰਾ ਨਾ ਹੋਵੇ ਫਿਰ ਹੈ ਉਹ ਸੱਚਾ ਪਰ ਪਿਆਰਾ ਨਾ ਹੋ। ਸ਼ਬਦ ਮਤ ਹੈ, ਸ਼ਬਦ ਕਹੀਏ ਇਹ ਵੇਦ
वेदां दा मत कहिए ये सिद्धांत आ, वो शब्द मत है। वो शब्द सो कहिए, वो शब्द कहिए शब्द, मत कहिए मता, कहे कहिए कहने, करे ना ही कहे। किदां हुण वेखो, बचन सच्चा आ पर प्यारा नहीं। कोई बंदा काना अखों होवे, दोवें अखां तो काना, उस नूं आखे कोई ओ काणिया इधर आ, मेरी गल सुन। हुण ये गल तो सच्ची है, पर वो मनुख भी काना ही है। गल तो सच्ची, पर ये गल प्यारी नहीं गे, क्योंकि उसके मन जरूर ठेस पहुँचूगी भी मैनू काना आख्या। इसलिए सच्चे मिठे प्यारे बचन बोलने चाहिए। निहंग सिंह तो बोले ताइयों प्यारे न। सुजाखा, हाँ जी, वो काने नूं सुजाखा कह देंदे तो उत्थे कोई गुस्सा नहीं आउंदा। जे उन्होंने काना कहते उत्थे तो लड़ाई झगड़ा चल ही जाए ना, बेचारा दुखी होऊगा, क्योंकि दिखना नहीं, हथी मार नहीं सकूगा, मूँह बोलूगा जां अंदरें ते बेचारा विस घोलूगा, दुख लगूगा ना। जो बंदा होए जो उन्होंने वही कह दिए। हुण कोई लंगड़ा बंदा है तो वाक साथी बचन साथी आ, प्यारा तो नहीं ना, उन्होंने कहे इधर आ लंगड़िया, लंग जी मारदा फिरदा, उन्होंने कहना गुस्सा आऊगा। कहे नाहे, कदी ना कहे इहो जिहा बचन सच्चा, भावें होए प्यारा, जे ना होए तो सो शब्द मत है। वो कहिए ये शब्द वेदां दा मत सिद्धांत आ, इहो जिहा काम नहीं करना चाहिए जिहदे नाल किसे दा दिल दुखे, क्योंकि पिछे बहुत कह आए हैं। ये भी ना कहे कि वेदा इदां भी ना कहे ना ही सो शब्द मत है। इसदा अर्थ इदां भी किया भी ये भी ना कहे ये ना कहे कि सो शब्द मत है, कि भी वेद का सिद्धांत आ। अपने कोल बना कह दे भी फिर कि तू काना तो काने नूं काना ही कहना, सच बोलना चाहिए। ये वेद का सिद्धांत, सच बोलना चाहिए। ज्ञानमयी ग्रंथां दा वचन है भी सच बोलना चाहिए, तो सच कह के अगले का दिल ही ना ढा दे के छाल मार के अगला मर ही जाए। हाँ, जिवें कोई स्त्री बेचारी रंडी आ, उसनूं रंडी कहना जोगी नहीं है। इसलिए अपनी अकल वाले आदमी ऐसा जो वचन आ होवे वो कहिंदे नहीं। रंडी नूं रंडी नहीं कहना चाहिए। विधवा हो गई है, वो रब की देन आ, कहांगे तो वह दिल दुख जाएगा। 100 आपां नूं वादवा दऊगे कि तुसीं भी रंडे ही हो जाओ तो चंगा है, फिर कोई फायदा नहीं। लागे मधुर झूठ है वाकों, फिर जेकर अगले मनुख नूं बचन मधुर कहिए मिठा, लागे कहिए लागे। हाँ जी, पर वो जड़ा वाको कहिए वाक बचन है तो झूठा ही, झूठ है वाको बचन झूठा, पर अगले नूं मिठा लगे। नाहे कहूँ प्रत भाखे ताको कहिए उस बचन नूं, किसे कहूँ कहिए किसे प्रत कहिए ताई भाखे, उचारण ना करना करे। ठीक है जी। नाहे कहू प्रत भाखे ताको लागे मधुर झूठ है वाको। फिर वचन ते मिठा है, हाँ जी, पर है झूठा। लागे मधुर मिठा लगन दिया है पर झूठा। आओ चौधरी साहब पिंड च कोई पुछदा ना होवे, नंबरदार साहब, हुण बचन तो वेखो झूठा, नंबरदार तो है नहीं, उन्होंने मिठा बड़ा लगन दिया नंबरदार में। नाहे कहू प्रत भाखे ताको, उसनों भी किसे ताई ना आखे। नाहे ना कहूँ कहिए किसे प्रत कहिए ताई भाखे आखे, ताको कहिए उस बचन। ताको कहिए, ताको दा अर्थ आ इत्थे उसनूं, उसनूं भाव उस बचन नूं। ना कहूँ प्रत किसे प्रति आ भाखे कहे, क्योंकि मैं चौधरी बना दोगे, नंबरदार बना दोगे, वो आखो मैं नंबरदार ने। एवें कह दिया थानेदार, थानेदार ना मिठा नहीं लगन दिया मैं थानेदार।
ਫਿਰ ਉਹ ਥਾਣੇਦਾਰ ਤਾਂ ਨਹੀਂ ਨਾ ਹੈਗਾ, ਪਰ ਉਹ ਥਾਣੇਦਾਰ ਬਣ ਬਹੁਤ ਨੁਕਸਾਨ ਕਰ ਲੂ। ਐਵੇਂ ਕਿਸੇ ਨੂੰ ਮੰਦਾ ਚੰਗਾ ਬੋਲ ਕੇ ਮੈਂ ਥਾਣੇਦਾਰ ਹਾਂ, ਫਿਰ ਲੜਾਈ ਝਗੜਾ ਆਜੂ, ਕੁੱਟ ਖਾਊ ਨਾ ਆਖੇ। ਮਤਲਬ ਝੂਠਾ ਭਜਨ ਅਤੇ ਮਿੱਠਾ ਵਚਨ। ਆਓ ਥਾਣੇਦਾਰ ਸਾਹਿਬ, ਆਓ DSP ਸਾਹਿਬ, ਆਓ ਸਰਪੰਚ ਸਾਹਿਬ ਨਾ ਆਖੇ। ਜਦੋਂ ਸਰਪੰਚ ਹੈ ਹੀ ਨਹੀਂ ਆ, ਕਾਹਨੂੰ ਕਹਿਣਾ, ਜਾਂ ਐਵੇਂ ਕਹਿਣਾ ਵੀ ਇਹੋ ਸਮਝ ਲਓ ਕੁਝ ਵੀ ਸਰਪੰਚ ਹੈ ਨਹੀਂ ਆ, ਆਓ ਸਰਪੰਚ ਸਾਹਿਬ। ਮਿੱਠਾ ਵੀ ਆ, ਅਗਲੇ ਨੇ ਤਾਂ ਖੁਸ਼ ਹੋਣਾ ਹੀ ਹੋਣਾ। ਇਹ ਵੀ ਨਾ ਕਹਿੰਦੇ ਆਖੇ ਇਹ ਸਨਾਤਨ ਧਰਮ ਸੰਤਨ ਕੋ, ਇਹ ਕਹਿੰਦੇ ਹੈ ਬੜਾ ਜਿਹੜਾ ਪੁਰਾਣਾ ਸਨਾਤਨ ਨਾ ਪੁਰਾਣੇ ਦਾ ਹੁੰਦਾ, ਇਹ ਬੜਾ ਹੀ ਪੁਰਾਣਾ ਇਹ ਸਾਧੂਆਂ ਦਾ ਸੰਤਾਂ ਦਾ ਧਰਮ ਆ, ਨਿਯਮ ਆ, ਪੁਰਾਣੇ ਆ, ਅਸੂਲ ਆ। ਵੀ ਇਹ ਜਿਹੜੇ ਸਿੱਖਿਆ ਸੰਤਾਂ ਸਾਧੂਆਂ ਦੀ ਆ, ਇਹੋ ਜਿਹੇ ਵਚਨ ਨਹੀਂ ਕਰਨੇ ਚਾਹੀਦੇ। ਇਹ ਸਨਾਤਨ ਧਰਮ ਸੰਤਨ ਕੋ, ਇਹ ਜਿਹੜਾ ਸੰਤਾਂ ਮਹਾਤਮਾ ਦਾ ਪੁਰਾਣਾ ਹੀ ਧਰਮ ਆ, ਚੱਲਿਆ ਆ ਰਿਹਾ। ਇਹ ਅਨੁਗਾਮੀ ਜੋਗ ਜਨਨ ਕੋ, ਇਹਨਾਂ ਬਚਨਾਂ ਦੇ ਅਨੁਗਾਮੀ ਕੇ ਅਨੁਸਾਰ ਹੀ ਜਨਨ ਬਹੁਵਾਚਕ, ਇਸ ਕਰਕੇ ਤੇ ਵੀ ਪੁਰਸ਼ਾਂ ਨੂੰ ਚੱਲਣਾ ਯੋਗ ਠੀਕ ਆ। ਇਹ ਅਨੁਗਾਮੀ ਇਹਨਾਂ ਦੇ ਅਨੁਸਾਰ ਹੀ, ਅਨੁਗਾਮੀ ਅਰਥ ਅਨੁਸਾਰੀ ਦਾ, ਇਹਨਾਂ ਬਚਨਾਂ ਦੇ ਅਨੁਸਾਰ ਹੀ ਹੋ ਕੇ ਹੀ ਜਨਨ ਕਹੀਏ ਪੁਰਸ਼ਾਂ ਨੂੰ, ਮਨੁੱਖਾਂ ਨੂੰ ਚੱਲਣਾ ਯੋਗ ਆ, ਜੋ ਸੰਤ ਮਹਾਤਮਾ ਕਹਿੰਦੇ ਆ। ਕਿਉਂਕਿ ਪਿਛੇ ਵੀ ਕਿਹਾ ਵੀ ਸੰਤਾਂ ਦੀ ਜਿਹੜੀ ਗਿਰਾ ਬਾਣੀ ਆ, ਉਹਨੂੰ ਹਿਰਦੇ 'ਚ ਵਸਾ ਅਤੇ ਭਰਮ ਛੱਡ, ਮਤਲਬ ਖੁਦ ਸਿਆਣਾ ਨਾ ਬਣ ਅਤੇ ਸੰਤਾਂ ਦੇ ਆਧਾਰ 'ਤੇ ਹੋ ਕੇ ਚੱਲ। ਇਨ ਅਨੁਗਾਮੀ ਯੋਗ ਜਨਨ ਕੋ, ਇੱਥੇ ਇਹ ਅਨੁਗਾਮੀ ਲਿਖਿਆ, ਇਹ ਪਾਠ ਨਹੀਂ ਆ, ਇਹਨੇ ਇਨ ਅਨੁਗਾਮੀ ਯੋਗ ਜਨਨ ਕੋ। ਇਹਨ ਕਹੀਏ ਇਹਨਾਂ ਅਨੁਗਾਮੀ ਕਹੀ ਅਨੁਸਾਰ, ਇਹਨਾਂ ਅਨੁਸਾਰ ਹੀ ਚੱਲਣਾ ਜਿਹੜਾ ਨਾ ਯੋਗ ਲਾਇਕ ਆ। ਜਨਨ ਕੋ ਕਹੀਏ ਮਨੁੱਖਾਂ ਨੂੰ, ਪੁਰਸ਼ਾਂ ਨੂੰ, ਉਹਦੇ ਵਿੱਚ ਹੀ ਭਲਾ, ਜਿਵੇਂ ਸੰਤ ਕਹਿੰਦੇ ਆ ਉਸੇ ਤਰ੍ਹਾਂ ਹੀ ਚੱਲੋ ਭਾਈ। 2 7 4 1 ਤੋਟਕ 1, 2 7 4 1 ਅਧਿਆਇ ਦੀ ਸਮਾਪਤੀ ਦੇ ਵਿੱਚ ਛੰਦਾਂ ਦੀ ਗਿਣਤੀ ਕਰਕੇ ਦੱਸਦੇ ਆ ਵੀ ਇਸ ਅਧਿਆਇ ਵਿੱਚ 2 ਕਹੀਏ ਦੋਹਰੇ, ਦੋਹਰੇ 7 ਆਏ, ਚੌ ਕਹੀਏ ਚੌ ਬਈ 1 ਆਈ ਆ, ਤੋਟਕ 1, ਤੋਟਕ ਸਿਆਰੀ ਵਿੱਚ ਨਿਕਲ ਗਈ ਈੜੀ, ਅਤੇ ਤੋਟਕ 1 ਭਾਵ 1 ਤੋਟਕ ਛੰਦ ਆਇਆ ਹੈ। ਉਭੇ ਸਵਈਏ ਜਾਨ, ਜਿਹੜੇ ਸਵਈਏ ਉਭੇ ਕਹੀਏ 2, ਜਾਣ ਕਹੀਏ ਜਾਣ ਨਾ ਕਰੋ, ਜਾਣ ਲੈਣਾ ਕਰੋ। ਬ੍ਰਿਤ ਇਕਾਦਸ਼ ਬ੍ਰਿਤ ਕੀ, ਬ੍ਰਿਤ ਇਕਾਦਸ਼ ਬ੍ਰਿਤ ਕੀ। ਪਹਿਲੇ ਬ੍ਰਿਤ ਦਾ ਅਰਥ ਹੈਗਾ ਛੰਦ, ਸਮਝ ਗਏ ਜੀ। ਅਤੇ ਦੂਜੇ ਬ੍ਰਿਤ ਦਾ ਅਰਥ ਆ ਬਿਰਤੀ। ਇਹ ਜਿਹੜੇ ਕਹਿੰਦੇ ਸੰਪੂਰਨ ਕਿੰਨੇ ਹੋ ਗਏ, 11 ਬ੍ਰਿਤ ਕਹੀਏ ਛੰਦ, 7 ਦੋਹਰੇ, 24 1, ਕਿੰਨੇ ਹੋ ਗਏ 8, ਤੋਟਕ 1 9 ਅਤੇ 2 ਸਵਈਏ 11। ਕਹਿੰਦੇ ਇਹ 11 ਬ੍ਰਿਤ ਕਹੀਏ ਛੰਦ ਹੋ ਗਏ। ਇਕਾਦਸ਼ ਦਾ ਅਰਥ ਹੁੰਦਾ 11, 11 ਬ੍ਰਿਤ ਕਹੀਏ ਛੰਦ ਹੋ ਗਏ ਆ। ਜੋ ਬ੍ਰਿਤ ਕੀ, ਜੋ ਕਹੀਏ ਬ੍ਰਿਤ ਕਹੀਏ ਬਿਰਤੀ ਦੀ ਜਿਹੜੀ ਮਨ ਦੀ ਬਿਰਤੀ ਹੈ, ਉਹਦੀ ਮੈਲ ਨਿਵਿਰਤ ਨਿਦਾਨ, ਜੋ ਉਹਦੇ ਅੰਦਰ ਜਿਹੜੀ ਬਿਰਤੀ ਅੰਦਰ ਮੈਲ ਆ, ਉਹਨੂੰ ਮਲੀਨਤਾ ਨੂੰ ਨਿਵਿਰਤ ਕਹੀਏ ਨਿਰਵਿਰਤ, ਭਾਵ ਖਤਮ ਕਰਨ, ਮੇਟਣ ਦਾ ਨਿਦਾਨ ਕਹੀਏ ਕਾਰਨ ਹਾਂ। ਭਾਵ ਜੋ ਵੀ ਇਹਨਾਂ ਛੰਦਾਂ ਦੇ ਸਿਧਾਂਤ ਨੂੰ ਧਾਰਨ ਕਰੇਗਾ, ਪੜ੍ਹ ਕੇ ਵਿਚਾਰ ਕਰੇਗਾ, ਅਧਿਐਨ ਕਰੇਗਾ, ਉਸ ਦੀ ਬੁੱਧੀ ਦੇ ਸਾਰੇ ਪਾਪ ਖਤਮ ਹੋ ਜਾਣਗੇ। ਭਾਵ ਮਨ ਦੀ ਜਿਹੜੀ ਬਿਰਤੀ ਅਸ਼ੁੱਧ ਹੋ ਜਾਏਗੀ ਅਤੇ ਮੈਲ ਨਿਵਿਰਤ ਹੋ ਜਾਏਗੀ। ਭਾਵ ਇਹ ਜਿਹੜੀ ਮਨ ਦੇ ਬਿਰਤੀ ਦੀ ਮੈਲ ਆ ਨਾ, ਬ੍ਰਿਤ
ਇਹ ਵੀ ਧਿਆਨ ਰੱਖਣਾ, ਜਿਹੜਾ ਬੱਬੇ ਸਿਹਾਰੀ ਪੈ ਚਰਾਰਾ ਤੱਤਾ ਪਹਿਲਾ ਬ੍ਰਿਤ ਉਹਦੇ ਸ਼ਾਨਦਾਰ ਤੇ ਆ, ਤੇ ਜਿੱਥੇ ਬੱਬੇ ਸਿਹਾਰੀ ਬੱਬੇ ਪੈ ਚਰਾਰਾ ਤੱਤੇ ਨੂੰ ਸਿਹਾਰੀ ਪਾਈ ਨਾ, ਤੱਤੇ ਨੂੰ ਸਿਹਾਰੀ, ਉਹਦਾ ਅਰਥ ਬਿਰਤੀ ਹੈ, ਤੇ ਬਿਰਤੀ ਹਮੇਸ਼ਾ ਮਨ ਦੀ ਹੁੰਦੀ ਹੈ। ਆਹ 11 ਛੰਦ ਮਨ ਦੀ ਜਿਹੜੀ ਮੈਲ ਆ ਉਹਨੂੰ ਨਿਵਰਤ ਕਰਨ, ਭਾਵ ਦੂਰ ਕਰਨ, ਸਾਫ਼ ਕਰਨ ਦੇ ਵਿੱਚ ਨਿਦਾਨ ਕਹੀਏ ਕਾਰਨ ਆ, ਸਬੱਬ ਆ। ਇਹਨਾਂ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਪਾਈ ਧਾਰੋ, ਮਨ ਵਿੱਚ ਧਾਰੋ, ਅਤੇ ਮਨ ਦੀ ਮੈਲ ਕੱਟੀਏ। ਮਨ ਕੀ ਕੱਟੀਏ? ਮੈਲ। ਜੇ ਮਹਾਂਵਾਕਾਂ ਅਨੁਸਾਰ ਮਨ ਦੀ ਮੈਲ ਜਿਹੜੀ ਆਪਾਂ ਭਾਈ ਕੱਟੀਏ। ਇਤ ਸ੍ਰੀ ਸਾਰਕ ਦਾਵੜੀ ਇਤ ਕਹੀਏ, ਇੱਥੇ ਸ਼੍ਰੋਮਣੀ ਸਾਰਕ ਦਾਵੜੀ ਗ੍ਰੰਥ ਦਾ ਜੋ ਤਾਸ ਕਹੀ ਸਭ ਤੋਂ ਅਧਿਆਏ ਤਾਸ ਕਹੀਏ ਤਿਸ ਦਾ ਜਾਂ ਇਸ ਦਾ ਸਭ ਤੋਂ ਸਤਵਾਂ ਜਿਹੜਾ ਅਧਿਆਏ ਆ ਉਹ ਇਤੀ ਕਹੀਏ ਤੇ ਸਮਾਪਤ ਹੁੰਦਾ ਹੈ। ਤਾਂ ਮੈਂ ਵਾਕ ਨਿਰੂਪਿਓ, ਇਹ ਤਾਂ ਮੈਂ ਕਹੀਏ ਇਸ ਦੇ ਵਿੱਚ, ਤਾਂ ਦਾ ਅਰਥ ਹੁੰਦਾ ਸੀ, ਮੈਂ ਕਹੀਏ ਵਿੱਚ, ਇਸ ਵਿੱਚ ਜਾਂ ਤਿਸ ਵਿੱਚ, ਤਿਸ ਕਹੀਏ ਕਿਹਦੇ ਵਿੱਚ? ਇਸ ਅਧਿਆਏ ਦੇ ਵਿੱਚ। ਕਹਿੰਦੇ ਆ ਕਾ ਵਾਕ, ਜਿਹੜੇ ਬਚਨਾਂ ਦਾ ਨਿਰੂਪਿਆ ਕਹੀਏ, ਨਿਰੂਪਣ ਕੀਤਾ, ਵਰਣਨ ਕੀਤਾ, ਕਥਨ ਕੀਤਾ ਹੈ। ਕਵਿ ਹਰਦਿਆਲ ਸੁਭਾਏ, ਕਵੀ ਹਰਦਿਆਲ ਪੰਡਤ ਜੀ ਨੇ ਸੁਭਾਏ ਕਹੀਏ ਸ੍ਰੇਸ਼ਟ ਭਾਵਨਾ ਦੇ ਨਾਲ, ਸ੍ਰੇਸ਼ਟ ਭਾਵਨਾ ਨਾਲ ਪੰਡਤ ਹਰਦਿਆਲ ਜੀ ਨੇ ਕਵੀ ਰੂਪ ਬਣ ਕੇ ਸਾਰਕ ਦਾਵੜੀ ਗ੍ਰੰਥ ਲਿਖਿਆ। ਅਤੇ ਇਸ 7ਵੇਂ ਅਧਿਆਏ ਦੇ ਵਿੱਚ, ਅਤੇ ਇਸ ਅਧਿਆਏ ਦੇ ਵਿੱਚ ਵਾਕਾਂ ਦਾ, ਸ੍ਰੇਸ਼ਟ ਵਾਕਾਂ ਦਾ ਨਿਰੂਪਿਆ ਕਹੀਏ ਨਿਰੂਪਣ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਵਿਚਾਰਾਂ ਦੀ ਸਮਾ। ਇਤ ਸ੍ਰੀ ਸਾਰਕ ਦਾਵੜੀ ਤਾਸ ਸਪਤਮੋ ਅਧਿਆਏ, ਤਾਵੇਂ ਵਾਕ ਨਿਰੂਪਿਓ ਕਵਿ ਹਰਦਿਆਲ ਸੁਭਾਏ। ਇਹ ਯਾਦ ਰੱਖਣਾ, ਜਦੋਂ ਪਾਠ ਇੱਦਾਂ ਆ ਗਿਆ ਸੁਭਾਏ ਅਰਥ ਕਰਨਾ ਇਹਦਾ ਭਾਵਨਾ ਸਹਿਤ ਵਾਲਾ, ਸ੍ਰੇਸ਼ਟ ਭਾਵਨਾ ਨਾਲ, ਅਤੇ ਇਹਦਾ ਪਾਠ ਵੀ ਸੁਭਾਏ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।